ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਅੱਜ ਦੀ ਇਸ ਵੀਡੀਓ ਰਾਹੀਂ ਅਸੀਂ 28 ਜੁਲਾਈ 2020 ਦਾ ਜੋ ਕੰਮ ਆਇਆ ਉਹ ਕਰਾਂਗੇ। ਜਿਵੇਂ ਕਿ ਅਸੀਂ ਪਾਠ ਨੰਬਰ 11 ਵੈਦਿਕ ਕਾਲ ਬਾਰੇ ਪੜ੍ਹ ਰਹੇ ਸੀ। ਅਸੀਂ ਪੜ੍ਹਿਆ ਸੀ ਕਿ ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ ਹਿੰਦੂਆਂ ਦੀਆਂ ਪਵਿੱਤਰ ਪੁਸਤਕਾਂ ਸਨ। ਇਹਨਾਂ ਤੋਂ ਬਾਅਦ ਇਹਨਾਂ ਦੀ ਵਿਆਖਿਆ ਕਰਨ ਵਾਸਤੇ ਹੋਰ ਕਈ ਗ੍ਰੰਥ ਲਿਖੇ ਗਏ, ਜਿਵੇਂ ਬ੍ਰਾਹਮਣ, ਅਰਣਕ, ਸੂਤਰ ਅਤੇ ਉਪਨਿਸ਼ਦ। ਅਤੇ ਜਿਸ ਸਮੇਂ ਇਹ ਗ੍ਰੰਥ ਲਿਖੇ ਗਏ ਉਹਨਾਂ ਸਾਰਿਆਂ ਨੂੰ ਵੈਦਿਕ ਸਾਹਿਤ ਕਿਹਾ ਜਾਂਦਾ, ਅਤੇ ਜਿਸ ਕਾਲ ਵਿੱਚ ਇਹ ਲਿਖੇ ਗਏ ਸਨ ਉਸ ਨੂੰ ਵੈਦਿਕ ਕਾਲ ਕਿਹਾ ਜਾਂਦਾ। ਰਿਗਵੈਦਿਕ ਕਾਲ ਨੂੰ ਜੋ ਕਾਲ ਹੈਗਾ, ਇਸ ਨੂੰ ਦੋ ਭਾਗਾਂ ਵਿੱਚ ਵੰਡਿਆ। ਪਹਿਲੇ ਕਾਲ ਨੂੰ ਰਿਗਵੈਦਿਕ ਜਾਂ ਆਰੰਭਿਕ ਵੈਦਿਕ ਕਾਲ ਕਿਹਾ ਜਾਂਦਾ ਅਤੇ ਬਾਅਦ ਦੇ ਸਮੇਂ ਨੂੰ ਉੱਤਰ ਵੈਦਿਕ ਕਾਲ ਕਿਹਾ ਜਾਂਦਾ। ਵੈਦਿਕ ਸੱਭਿਅਤਾ ਦੇ ਲੋਕਾਂ ਨੂੰ ਆਮ ਤੌਰ 'ਤੇ ਆਰੀਆ ਕਿਹਾ ਜਾਂਦਾ ਸੀ, ਜਿਸ ਦਾ ਆਰੀਆ ਦਾ ਅਰਥ ਹੈ ਸਰਵ ਉੱਤਮ, ਸਿੱਖਿਅਤ ਅਤੇ ਸੱਭਿਆ। ਕਿਹਾ ਜਾਂਦਾ ਕਿ ਸ਼ੁਰੂ ਵਿੱਚ ਇਹ ਲੋਕ ਪੰਜਾਬ ਵਿੱਚ ਜਮਨਾ ਨਦੀ ਤੋਂ ਲੈ ਕੇ ਅਫਗਾਨਿਸਤਾਨ ਦੀ ਸੀਮਾ ਤੱਕ ਰਹਿੰਦੇ ਸਨ। ਬਾਅਦ ਵਿੱਚ ਇਹ ਪੂਰਬ ਅਤੇ ਦੱਖਣ ਵਿੱਚ ਗੰਗਾ ਨਦੀ ਦੇ ਮੈਦਾਨਾਂ ਵਿੱਚ ਫੈਲ ਗਏ। ਵੈਦਿਕ ਲੋਕਾਂ ਦੇ ਅਸਲੀ ਨਿਵਾਸ ਬਾਰੇ ਕੁਝ ਪੱਕਾ ਪਤਾ ਨਹੀਂ, ਵਿਦਵਾਨਾਂ ਵਿੱਚ ਇਸ ਦੇ ਬਾਰੇ ਮਤਭੇਦ ਹਨ, ਪਰ ਅਖੀਰ 'ਤੇ ਇਹ ਨਤੀਜਾ ਕੱਢਿਆ ਗਿਆ ਕਿ ਇਹ ਲੋਕ ਬਾਹਰੋਂ ਨਹੀਂ ਆਏ ਸਨ, ਸਗੋਂ ਪੰਜਾਬ ਦੇ ਹੀ ਮੂਲ ਨਿਵਾਸੀ ਸਨ। ਫਿਰ ਅਸੀਂ ਪੜ੍ਹਿਆ ਸੀ ਕਿ ਰਿਗਵੇਦ ਵਿੱਚ ਸੱਤ ਅਤੇ ਰਿਗਵੇਦ ਵਿੱਚ ਸਿੰਧ, ਜਿਹਲਮ, ਚਿਨਾਬ, ਰਾਵੀ, ਬਿਆਸ, ਸਤਲੁਜ, ਸਰਸਵਤੀ, ਜਮਨਾ ਅਤੇ ਗੰਗਾ ਨਦੀਆਂ ਦਾ ਵਰਣਨ ਕੀਤਾ ਗਿਆ। ਤਾਂ ਰਿਗਵੇਦਿਕ ਕਾਲ ਵਿੱਚ ਪੰਜਾਬ ਨੂੰ ਸਪਤ ਸਿੰਧ ਜਾਂ ਸੱਤ ਨਦੀਆਂ ਦਾ ਪ੍ਰਦੇਸ਼ ਕਿਹਾ ਜਾਂਦਾ ਸੀ। ਰਿਗਵੇਦਿਕ ਕਾਲ ਵਿੱਚ ਪੰਜਾਬ ਨੂੰ ਸਪਤ ਸਿੰਧ ਜਾਂ ਸੱਤ ਨਦੀਆਂ ਦਾ ਪ੍ਰਦੇਸ਼ ਕਿਹਾ ਜਾਂਦਾ ਸੀ। ਰਾਜਨੀਤਿਕ ਜੀਵਨ, ਪੋਲੀਟੀਕਲ ਲਾਈਫ। ਆਰੰਭਿਕ ਕਾਲ ਵਿੱਚ ਬਹੁਤ ਸਾਰੇ ਛੋਟੇ ਛੋਟੇ ਕਬੀਲੇ ਰਾਜ ਕਰਦੇ ਸਨ। ਸ਼ੁਰੂ ਵਿੱਚ ਸਭ ਤੋਂ ਪਹਿਲਾਂ ਪਰਿਵਾਰ, ਫਿਰ ਪਰਿਵਾਰ ਦਾ ਇੱਕ ਕਬੀਲਾ ਬਣ ਜਾਂਦਾ, ਭਾਵ ਫਿਰ ਉਸ ਦਾ ਨਾਂ ਪੈ ਜਾਂਦਾ, ਜਿਵੇਂ ਅਨੂ, ਜਦੂ, ਪੁਰੂ, ਭਰਤ। ਇਸ ਵਿੱਚ ਉਸ ਕਬੀਲੇ ਵਿੱਚ ਸਾਰੇ ਇੱਕ ਹੀ ਪਰਿਵਾਰ ਦੇ ਲੋਕ ਇਕੱਠੇ ਹੋ ਜਾਂਦੇ। ਜਦੋਂ ਪਰਿਵਾਰ ਵੱਡਾ ਹੋ ਜਾਂਦਾ ਤਾਂ ਉਸ ਦਾ ਇੱਕ ਕਬੀਲਾ ਬਣ ਜਾਂਦਾ, ਜਿਵੇਂ ਹੁਣ ਵਰਤਮਾਨ ਸਮੇਂ ਵਿੱਚ ਹੈ। ਪਹਿਲਾਂ ਪਰਿਵਾਰ, ਫਿਰ ਪੂਰਾ ਜੁਆਇੰਟ ਫੈਮਿਲੀ, ਫਿਰ ਪੂਰਾ ਜਿਵੇਂ ਕਿਸੇ ਦਾ ਸਿੰਗਲਾ ਗੋਤ ਹੈ, ਉਹ ਸਿੰਗਲਾ ਗੋਤ ਵਾਲੇ ਆਪਣੇ ਆਪ ਨੂੰ ਆਪਸੀ ਭਾਈਚਾਰਾ ਕਹਿੰਦੇ ਨੇ ਵੀ ਅਸੀਂ ਇੱਕ ਹੀ ਗੋਤ ਦੇ ਹਾਂ। ਜਿਵੇਂ ਕਿਸੇ ਦਾ ਗੋਤ ਗਿੱਲ ਹੈ ਤਾਂ ਗਿੱਲ ਗੋਤ ਵਾਲੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਸਾਡਾ ਆਪਸੀ ਭਾਈਚਾਰਾ, ਅਸੀਂ ਗੋਤ ਭਾਈ ਹਾਂ। ਫਿਰ ਉਸ ਤੋਂ ਬਾਅਦ ਪਿੰਡ ਬਣਦਾ। ਪਿੰਡ ਤੋਂ ਬਾਅਦ ਫਿਰ ਹੌਲੀ ਹੌਲੀ ਤਹਿਸੀਲ ਬਣ ਜਾਂਦੀ ਹੈ, ਫਿਰ ਜ਼ਿਲ੍ਹਾ ਬਣ ਜਾਂਦਾ, ਫਿਰ ਇੱਕ ਰਾਜ ਬਣ ਜਾਂਦਾ, ਭਾਵ ਖੇਤਰਫਲ ਵੱਡਾ ਹੁੰਦਾ ਜਾਂਦਾ। ਆਰੰਭਿਕ ਕਾਲ ਵਿੱਚ ਬਹੁਤ ਛੋਟੇ ਛੋਟੇ ਕਬੀਲੇ ਰਾਜ ਕਰਦੇ ਸਨ। ਇਹਨਾਂ ਵਿੱਚੋਂ ਕੁਝ ਅਨੂ, ਜਦੂ, ਪੂਰੂ, ਭਰਤ ਆਦਿ ਦਾ ਵਰਣਨ ਰਿਗਵੇਦ ਵਿੱਚ ਮਿਲਦਾ ਹੈ। ਇਹ ਛੋਟੇ ਛੋਟੇ ਕਬੀਲੇ ਸਨ। ਅਨੂ, ਜਦੂ, ਪੁਰੂ, ਭਰਤ, ਇਹ ਛੋਟੇ ਛੋਟੇ ਕਬੀਲੇ ਸਨ। ਬਾਅਦ ਵਿੱਚ ਕੁਰੂ, ਪੰਚਾਲ, ਬੰਦੇ, ਭਾਵ ਉਹ ਕਬੀਲਿਆਂ ਦਾ ਆਕਾਰ ਵੱਡਾ ਹੋ ਗਿਆ। ਬਾਅਦ ਦੇ ਵਿੱਚ ਕੁਰੂ, ਪੰਚਾਲ, ਬੰਦੇ ਆਦਿ ਵੱਡੇ ਰਾਜ ਹੋਂਦ ਵਿੱਚ ਆਏ। ਰਾਜਾ ਆਪਣੇ ਰਾਜ ਦਾ ਮੁਖੀਆ ਹੁੰਦਾ ਸੀ। ਰਾਜ ਦਾ ਮੁਖੀ ਨੂੰ ਰਾਜਾ ਕਹਿੰਦੇ ਸਨ, ਇਸ ਲਈ ਰਾਜੇ ਦਾ ਪੁੱਤਰ ਹੀ ਰਾਜ ਦਾ ਉੱਤਰਾਧਿਕਾਰੀ ਹੁੰਦਾ ਸੀ। ਰਾਜੇ ਨੂੰ ਰਾਜਨ ਕਿਹਾ ਜਾਂਦਾ ਸੀ। ਬਹੁਤ ਜ਼ਿਆਦਾ ਸ਼ਕਤੀਸ਼ਾਲੀ ਰਾਜੇ ਨੂੰ ਸਮਰਾਟ। ਸ਼ਕਤੀਸ਼ਾਲੀ ਭਾਵ ਜਿਹਦਾ ਖੇਤਰਫਲ ਜ਼ਿਆਦਾ ਸੀ, ਉਸ ਦੇ ਕੋਲ ਸੈਨਿਕ ਜ਼ਿਆਦਾ ਸਨ, ਅਤੇ ਉਸ ਦਾ ਜੋ ਰਾਜ ਕਰਨ ਦਾ ਏਰੀਆ ਸੀ ਉਹ ਜ਼ਿਆਦਾ ਵੱਡਾ ਸੀ, ਉਸ ਨੂੰ ਸਮਰਾਟ ਕਿਹਾ ਜਾਂਦਾ ਸੀ। ਰਾਜੇ ਦੀ ਪ੍ਰਜਾ ਦੁਆਰਾ ਚੋਣ ਕਰਨ ਸੰਬੰਧੀ ਕੁਝ ਉਦਾਹਰਨ ਮਿਲੇ ਹਨ, ਪਰੰਤੂ ਉਸ ਸਮੇਂ ਰਾਜਤੰਤਰੀ ਪ੍ਰਣਾਲੀ ਹੀ ਲਾਗੂ ਸੀ। ਰਾਜਤੰਤਰੀ ਭਾਵ ਉਸ ਸਮੇਂ ਜਿਵੇਂ ਅਸੀਂ ਵਰਤਮਾਨ ਸਮੇਂ ਅਸੀਂ ਵੋਟਾਂ ਪਾ ਕੇ, ਲੋਕ ਸਭਾ ਦੀਆਂ ਵੋਟਾਂ ਪਾ ਕੇ, ਸੰਸਦ ਦੀਆਂ ਵੋਟਾਂ ਪਾ ਕੇ, ਅਤੇ ਫਿਰ ਅਸੀਂ ਵਿਧਾਨ ਸਭਾਵਾਂ ਦੀਆਂ ਵੋਟਾਂ ਪਾ ਕੇ ਆਪਣੇ ਪ੍ਰਤੀਨਿਧ ਚੁਣਦੇ ਹਾਂ, ਅਤੇ ਉਹਨਾਂ ਵਿੱਚੋਂ ਫਿਰ ਅੱਗੇ ਸਾਡੇ ਰਾਜ ਦਾ ਮੁੱਖ ਮੰਤਰੀ ਬਣਦਾ ਹੈ। ਜਿਵੇਂ ਸਾਡੇ ਵਰਤਮਾਨ ਸਮੇਂ ਸਾਡੇ ਪੰਜਾਬ ਰਾਜ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਹਨ, ਅਤੇ ਜਿਵੇਂ ਸੰਸਦ ਫਿਰ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਹੈ। ਜਿਵੇਂ ਵਰਤਮਾਨ ਸਮੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਨ। ਪਰ ਉਸ ਸਮੇਂ ਅਜਿਹਾ ਕੁਝ ਨਹੀਂ ਸੀ। ਉਸ ਸਮੇਂ ਕੋਈ ਵੋਟਾਂ ਨਹੀਂ ਪੈਂਦੀਆਂ ਸਨ। ਸਿਰਫ ਰਾਜ ਚੱਲਦਾ ਸੀ। ਰਾਜਤੰਤਰੀ ਪ੍ਰਣਾਲੀ ਹੀ ਲਾਗੂ ਸੀ, ਭਾਵ ਰਾਜੇ ਤੋਂ ਬਾਅਦ ਉਸ ਦਾ ਪੁੱਤਰ ਹੀ ਰਾਜਾ ਬਣਦਾ ਸੀ।
ਰਾਜੇ ਤੋਂ ਬਾਅਦ ਉਸ ਦਾ ਪੁੱਤਰ ਹੀ ਰਾਜਾ ਬਣਦਾ ਸੀ। ਰਾਜਤੰਤਰੀ ਪ੍ਰਣਾਲੀ ਹੀ ਲਾਗੂ ਸੀ। ਜਾਂ ਜੇਕਰ ਕੋਈ ਵਿਅਕਤੀ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਂਦਾ ਸੀ ਉਹ ਰਾਜਾ ਬਣ ਜਾਂਦਾ ਸੀ। ਪਰ ਵੋਟਾਂ ਪਾਉਣ ਦੀਆਂ ਜੋ ਮਤਲਬ ਲੋਕਾਂ ਵੱਲੋਂ ਚੁਣੇ ਜਾਣ ਦੀਆਂ ਉਦਾਹਰਨਾਂ ਥੋੜ੍ਹੀਆਂ ਬਹੁਤੀਆਂ ਮਿਲਦੀਆਂ ਨੇ, ਜ਼ਿਆਦਾ ਨਹੀਂ। ਰਾਜੇ ਦੀ ਪ੍ਰਜਾ ਦੁਆਰਾ ਚੋਣ ਕਰਨ ਸੰਬੰਧੀ, ਪ੍ਰਜਾ ਹੁੰਦੀ ਹੈ ਲੋਕ, ਜਿਵੇਂ ਅਸੀਂ ਹੁਣ ਵੋਟਾਂ ਪਾ ਕੇ ਚੁਣਦੇ ਹਾਂ, ਅਸੀਂ ਪ੍ਰਜਾ। ਪਰੰਤੂ ਉਸ ਸਮੇਂ ਰਾਜਤੰਤਰ ਪ੍ਰਣਾਲੀ ਹੀ ਲਾਗੂ ਸੀ। ਰਾਜਾ ਹੀ ਰਾਜ ਕਰਦਾ ਸੀ ਅਤੇ ਉਸ ਦੀ ਕੋਈ ਚੋਣ ਨਹੀਂ ਕਰਦਾ ਸੀ ਅਤੇ ਉਸ ਦਾ ਆਦੇਸ਼ ਆਖਰੀ ਉਦੇਸ਼ ਹੁੰਦਾ ਸੀ। ਆਧੁਨਿਕ ਸੰਸਦ ਦੀ ਤਰ੍ਹਾਂ ਰਾਜੇ ਦੀ ਸਹਾਇਤਾ ਲਈ ਦੋ ਮਹੱਤਵਪੂਰਨ ਸੰਸਥਾਵਾਂ ਸਨ। ਇਹਨਾਂ ਨੂੰ ਸਭਾ ਅਤੇ ਸਮਿਤੀ ਕਿਹਾ ਜਾਂਦਾ ਸੀ। ਜਿਵੇਂ ਵਰਤਮਾਨ ਸਮੇਂ ਕੈਬਨਿਟ ਮੰਤਰੀ ਹੁੰਦੇ ਨੇ ਅਤੇ ਉਸ ਤੋਂ ਬਾਅਦ ਰਾਜ ਮੰਤਰੀ ਹੁੰਦੇ ਨੇ, ਸੰਸਦੀ ਸਕੱਤਰ ਹੁੰਦੇ ਨੇ, ਭਾਵ ਸਲਾਹਾਂ ਦੇਣ ਵਾਸਤੇ। ਤਾਂ ਉਸ ਸਮੇਂ ਵੀ ਰਾਜੇ ਨੂੰ ਸਲਾਹਾਂ ਦੇਣ ਦੇ ਲਈ ਦੋ ਸੰਸਥਾਵਾਂ ਸਨ, ਸਭਾ ਅਤੇ ਸਮਿਤੀ। ਰਾਜੇ ਦੀ ਸਹਾਇਤਾ ਕਰਨ ਲਈ ਬਹੁਤ ਸਾਰੇ ਅਧਿਕਾਰੀ ਹੁੰਦੇ ਸਨ। ਜਿਵੇਂ ਵਰਤਮਾਨ ਸਮੇਂ IAS ਅਫਸਰ, PCS ਅਫਸਰ ਅਤੇ ਹੋਰ ਬਹੁਤ ਸਾਰੇ ਅਧਿਕਾਰੀ ਹੁੰਦੇ ਹਨ। ਉਸੇ ਤਰ੍ਹਾਂ ਰਾਜੇ ਦੀ ਸਹਾਇਤਾ ਕਰਨ ਲਈ ਬਹੁਤ ਸਾਰੇ ਅਧਿਕਾਰੀ ਵੀ ਹੁੰਦੇ ਸਨ। ਜਿਵੇਂ ਪੁਰੋਹਿਤ, ਮੁੱਖ ਸਲਾਹਕਾਰ ਅਤੇ ਧਾਰਮਿਕ ਕੰਮ ਕਰਨ ਵਾਲਾ। ਜੋ ਪੁਰੋਹਿਤ ਸੀ, ਪੰਡਤ ਸੀ, ਉਹ ਰਾਜੇ ਦਾ ਮੁੱਖ ਸਲਾਹਕਾਰ ਹੁੰਦਾ ਸੀ। ਰਾਜਾ ਉਸ ਦੀ ਸਲਾਹ ਅਨੁਸਾਰ ਕੰਮ ਕਰਦਾ ਸੀ। ਅਤੇ ਧਾਰਮਿਕ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਧਾਰਮਿਕ ਵਿੱਚ ਬਹੁਤ ਵਿਸ਼ਵਾਸ ਰੱਖਿਆ ਜਾਂਦਾ ਸੀ, ਤਾਂ ਰਾਜੇ ਯੱਗ ਕਰਦੇ ਸਨ, ਆਹੂਤੀਆਂ ਦਿੰਦੇ ਸਨ। ਇਹ ਸਾਰਾ ਕੰਮ ਪੁਰੋਹਿਤ ਕਰਦੇ ਸਨ। ਕਦੋਂ ਯੁੱਧ ਲੜਨਾ ਹੈ, ਯੁੱਧ ਨਹੀਂ ਲੜਨਾ, ਅਤੇ ਸਾਰੀ ਭਵਿੱਖਬਾਣੀ ਇਹ ਪੁਰੋਹਿਤ ਹੀ ਕਰਦੇ ਸਨ ਵੀ ਕਿਹੜਾ ਸਮਾਂ ਹੁਣ ਰਾਜੇ ਦੇ ਪੱਖ ਵਿੱਚ ਚੱਲ ਰਿਹਾ ਹੈ, ਕਿਹੜਾ ਗ੍ਰਹਿ ਰਾਜੇ ਦੇ ਵਿਰੁੱਧ ਚੱਲ ਰਿਹਾ। ਸਾਰਾ ਕੁਝ ਇਹ ਜੋ ਪੁਰੋਹਿਤ ਸਨ ਉਹਨਾਂ ਦਾ ਕੰਮ ਸੀ। ਸੈਨਾਨੀ, ਸੈਨਾ ਦੇ ਮੁਖੀਆਂ ਨੂੰ ਕਹਿੰਦੇ ਸਨ ਸੈਨਾਨੀ। ਜਿਵੇਂ ਅਸੀਂ ਅੱਜ ਕੱਲ੍ਹ ਕਮਾਂਡਰ ਇਨ ਚੀਫ ਕਹਿੰਦੇ ਹਾਂ, ਸੈਨਾਪਤੀ ਕਹਿੰਦੇ ਹਾਂ, ਮੁੱਖ ਸੈਨਾਪਤੀ। ਇਸੇ ਤਰ੍ਹਾਂ ਸੈਨਾਨੀ ਸੈਨਾ ਦਾ ਮੁਖੀਆ, ਗ੍ਰਾਮਣੀ ਪਿੰਡ ਦਾ ਮੁਖੀਆ। ਜਿਵੇਂ ਅੱਜ ਕੱਲ੍ਹ ਅਸੀਂ ਸਰਪੰਚ ਕਹਿੰਦੇ ਹਾਂ, ਤਾਂ ਜਿਵੇਂ ਸਰਪੰਚ ਨੰਬਰਦਾਰ ਪਿੰਡ ਦੇ ਮੁਖੀ ਹੁੰਦੇ ਹਨ, ਉਸੇ ਤਰ੍ਹਾਂ ਪਿੰਡ ਦੇ ਮੁਖੀਏ ਨੂੰ ਗ੍ਰਾਮਣੀ ਕਿਹਾ ਜਾਂਦਾ ਸੀ। ਹੇਠਾਂ ਇਸ ਦੇ ਕੁਐਸਚਨ ਆਨਸਰ ਆ ਗਏ। ਆਰੰਭਿਕ ਕਾਲ ਵਿੱਚ ਕਿਹੜੇ ਛੋਟੇ ਕਬੀਲੇ ਅਤੇ ਰਾਜ ਸਨ? ਆਰੰਭਿਕ ਕਾਲ ਵਿੱਚ ਅਨੂ, ਜਦੂ, ਪੁਰੂ, ਭਰਤ ਆਦਿ ਦਾ ਵਰਣਨ ਰਿਗ ਵਿੱਚ ਮਿਲਦਾ ਹੈ। ਅਨੂ, ਜਦੂ, ਪੁਰੂ, ਭਰਤ ਇਹ ਛੋਟੇ ਕਬੀਲੇ ਸਨ। ਅਨੂ, ਜਦੂ, ਪੁਰੂ ਅਤੇ ਭਰਤ। ਵੈਦਿਕ ਕਾਲ ਵਿੱਚ ਰਾਜੇ ਕਿਹਨਾਂ ਦੀ ਸਹਾਇਤਾ ਨਾਲ ਰਾਜ ਕਰਦੇ ਸਨ? ਪੁਰੋਹਿਤ, ਸੈਨਾਨੀ, ਗ੍ਰਾਮਣੀ। ਵੈਦਿਕ ਕਾਲ ਵਿੱਚ ਪੰਜਾਬ ਕਿਹੜੇ ਨਾਵਾਂ ਨਾਲ ਪ੍ਰਸਿੱਧ ਸੀ? ਸਪਤ ਸਿੰਧ ਨੰਬਰ 1 'ਤੇ ਆਨਸਰ ਪਿਆ। ਸਪਤ ਸਿੰਧ ਜਾਂ ਸੱਤ ਨਦੀਆਂ ਦਾ ਪ੍ਰਦੇਸ਼ ਇਸ ਪੰਜਾਬ ਨੂੰ ਕਿਹਾ ਜਾਂਦਾ ਸੀ। ਬਹੁਤ ਜ਼ਿਆਦਾ ਸ਼ਕਤੀਸ਼ਾਲੀ ਰਾਜੇ ਨੂੰ ਸਮਰਾਟ ਕਿਹਾ ਜਾਂਦਾ ਸੀ। ਰਾਜਾ ਆਪਣੇ ਰਾਜ ਦਾ ਕੀ ਹੁੰਦਾ ਸੀ? ਰਾਜਾ ਆਪਣੇ ਰਾਜ ਦਾ ਮੁਖੀ। ਰਾਜਾ ਆਪਣੇ ਰਾਜ ਦਾ ਮੁਖੀਆ ਹੁੰਦਾ ਸੀ। ਰਾਜੇ ਨੂੰ ਰਾਜਨ ਕਿਹਾ ਜਾਂਦਾ ਸੀ। ਸਹੀ ਜਾਂ ਗਲਤ? ਰਾਜੇ ਦਾ ਪੁੱਤਰ ਹੀ ਰਾਜ ਦਾ ਉੱਤਰਾਧਿਕਾਰੀ ਹੁੰਦਾ ਸੀ। ਬਿਲਕੁਲ ਸਹੀ ਹੈ, ਕਿਉਂਕਿ ਰਾਜਤੰਤਰੀ ਪ੍ਰਣਾਲੀ ਚਾਲੂ ਸੀ। ਰਾਜੇ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਨੂੰ ਸਭਾ ਅਤੇ ਸਮਿਤੀ ਕਿਹਾ ਜਾਂਦਾ ਸੀ। ਇਹ ਵੀ ਬਿਲਕੁਲ ਸਹੀ ਹੈ, ਦੋ ਸੰਸਥਾਵਾਂ ਸਨ, ਸਭਾ ਅਤੇ ਸਮਿਤੀ। ਵੈਦਿਕ ਕਾਲ ਵਿੱਚ ਰਾਜਤੰਤਰ ਪ੍ਰਣਾਲੀ ਲਾਗੂ ਸੀ। ਇਹ ਵੀ ਬਿਲਕੁਲ ਸਹੀ ਹੈ। ਰਾਜਤੰਤਰੀ ਭਾਵ ਰਾਜਾ ਹੀ ਰਾਜ ਕਰਦਾ ਸੀ, ਉਸ ਦੀ ਕਿਸੇ ਵਿਅਕਤੀ ਦੁਆਰਾ ਕੋਈ ਚੋਣ ਨਹੀਂ ਹੁੰਦੀ ਸੀ ਅਤੇ ਰਾਜੇ ਦੀ ਮੌਤ ਤੋਂ ਬਾਅਦ ਲਗਭਗ ਉਸ ਦਾ ਪੁੱਤਰ ਹੀ ਰਾਜਾ ਬਣਦਾ ਸੀ। ਇਸ ਤਰ੍ਹਾਂ ਅਸੀਂ ਜੋ ਅੱਜ ਦਾ ਕੰਮ ਪੜ੍ਹਿਆ ਉਸ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਕੀਤੇ ਹੋਏ ਹਨ, ਤਾਂ ਜੋ ਵਿਦਿਆਰਥੀ ਆਪਣਾ ਕੰਮ ਕਰ ਸਕਣ। ਅਤੇ ਹਰ ਰੋਜ਼ ਲਗਭਗ 4:30 ਵਜੇ 4:30 'ਤੇ 10ਵੀਂ ਕਲਾਸ ਦੀ ਸਮਾਜਿਕ ਸਿੱਖਿਆ ਦੀ ਹਰ ਰੋਜ਼ ਔਨਲਾਈਨ ਕਲਾਸ ਲੱਗਦੀ ਹੈ। ਅਤੇ ਜੇਕਰ ਕਿਸੇ ਵਿਦਿਆਰਥੀ ਨੇ ਉਹ ਕਲਾਸ ਲਗਾਉਣੀ ਹੈ ਤਾਂ ਉਹ ਵਿਦਿਆਰਥੀ ਮੈਨੂੰ ਮੇਰੇ ਨੰਬਰ 9876276777 'ਤੇ ਮੈਨੂੰ ਕਾਲ ਕਰ ਸਕਦੇ ਨੇ, ਜਾਂ ਮੈਨੂੰ ਵਟਸਐਪ ਰਾਹੀਂ ਮੈਸੇਜ ਵੀ ਕਰ ਸਕਦੇ ਨੇ। ਮੈਂ ਉਹਨਾਂ ਬੱਚਿਆਂ ਨੂੰ ਗਰੁੱਪ ਦੇ ਵਿੱਚ ਐਡ ਕਰ ਦਾਂਗਾ ਅਤੇ ਕਲਾਸ ਬਿਲਕੁਲ ਫ੍ਰੀ ਹੈ। ਕੋਈ ਵੀ ਵਿਦਿਆਰਥੀ ਇਹ ਕਲਾਸ ਲਗਾ ਸਕਦਾ ਹੈ। ਧੰਨਵਾਦ।